ਮੇਨ ਕੰਮ ਹੋਵੇ। ਮੰਨ ਲਵੋ ਕੱਢਣ ਕੱਤਣ ਦਾ ਕੰਮ ਆ ਤੇ ਗੁਰੂ ਸਾਹਿਬ ਨੇ ਤਾਂ ਉੱਥੇ ਵੀ ਸਾਨੂੰ ਸਮਝਾ ਦਿੱਤਾ, ਉਹ ਧੀ ਭਾਵੇਂ ਕੱਤਦੀ ਆ ਤੇ ਭਾਵੇਂ ਉਹ ਕੱਢਦੀ ਆ, ਪਰ ਉਹਦਾ ਜਿਹੜਾ ਧਿਆਨ ਆ ਆਪਣੇ ਕੰਮ ਵਿੱਚ ਆ। ਬੰਦਿਆ ਤੂੰ ਵੀ ਉਸ ਬੱਚੀ ਤੋਂ ਨਾ ਮੱਤ ਲੈ ਲਾ, ਇਉਂ ਰੱਬ ਨਾਲ ਧਿਆਨ ਜੋੜ ਲਾ। ਹੁਣ ਮੰਨ ਲਓ ਕੱਤਣਾ ਹਰ ਇੱਕ ਬੰਦੇ ਦੇ ਵੱਸ ਦਾ ਕੰਮ ਨਹੀਂ, ਪਰ ਇੱਕ ਭੈਣ ਇੱਕ ਬੀਬੀ ਆ ਜਿਹੜੀ ਉਹ ਕੱਤਦੀ ਆ ਤੇ ਉਹਨੂੰ ਪਤਾ ਵੀ ਕਿੰਨਾ ਗੇੜਾ ਪਾਉਣਾ, ਕਿੰਨਾ ਰੂੰ ਨੂੰ ਕਿੰਨੇ ਹਿਸਾਬ ਨਾਲ ਪੂਣੀ ਨੂੰ ਖਿੱਚਣਾ ਗਾ, ਕਿਵੇਂ ਮਾਲ ਚੜਾਉਣਾ, ਉਹਨੂੰ ਸਾਰਾ ਪਤਾ। ਫਿਰ ਗੁਰੂ ਸਾਹਿਬ ਨੇ ਦੱਸ ਦਿੱਤਾ, ਭਾਵੇਂ ਉਹ ਕੱਢਦੀ ਆ ਪਰ ਉਹ ਆਪਣੀ ਉਂਗਲ ਦੇ ਵਿੱਚ ਸੂਈ ਨਹੀਂ ਖਬੋ ਲੈਂਦੀ, ਪਰ ਉਹਦਾ ਐਕਸਪੀਰੀਅੰਸ, ਉਹਦਾ ਤਜਰਬਾ ਬੜਾ। ਤੇ ਗੁਰੂ ਸਾਹਿਬ ਜੀ ਕਹਿੰਦੇ ਸਿੱਖ ਲਾ। ਤੇ ਹੁਣ ਜਿਹੜੀ ਇੱਥੇ ਪਾਤਸ਼ਾਹ ਨੇ ਸਾਨੂੰ ਉਦਾਹਰਣ ਦਿੱਤੀ ਆ, ਮੁੱਧ ਨਵੇਲੜੀਆ ਗੋਇਲ ਆਈ ਰਾਮ। ਪਾਤਸ਼ਾਹ ਜੀ ਕਹਿੰਦੇ ਇੱਕ ਇਸ ਤਰ੍ਹਾਂ ਦਾ ਸਾਡੇ ਸਮਾਜ ਦਾ ਨਮੂਨਾ, ਗੋਇਲ ਆਈ ਰਾਮ। ਜਿਹੜੇ ਗਵਾਲੇ ਹੁੰਦੇ ਆ ਨਾ, ਗਾਵਾਂ ਚਾਰਨ ਵਾਲੇ, ਜਦੋਂ ਉਹਨਾਂ ਦੇ ਏਰੀਏ ਵਿੱਚ ਔੜ ਪੈ ਜੇ, ਜਿਹਨੂੰ ਆਪਾਂ ਕਹਿ ਦਈਏ ਸੋਕਾ ਪੈ ਗਿਆ, ਘਾਹ ਫੂਸ ਸੁੱਕ ਗਿਆ, ਵਾਰਸ ਹੋਈ ਨਹੀਂ, ਫਿਰ ਉਹ ਆਪਣੀਆਂ ਗਾਵਾਂ ਨੂੰ, ਭੇਡਾਂ ਬੱਕਰੀਆਂ ਨੂੰ, ਜਾਂ ਮਤਲਬ ਆਪਣੇ ਪਸ਼ੂਆਂ ਨੂੰ ਨਾ ਉਹ ਦਰਿਆਵਾਂ ਦੇ ਕੰਢਿਆਂ ਤੇ ਲੈ ਆਉਂਦੇ ਨੇ, ਜਿੱਥੇ ਉਹਨਾਂ ਦੇ ਪਸ਼ੂਆਂ ਨੂੰ ਚਾਰਨ ਵਾਸਤੇ, ਕੁਝ ਖਾਣ ਵਾਸਤੇ ਘਾਹ ਫੂਸ ਮਿਲ ਜੇ। ਫਿਰ ਉਸ ਨਮੂਨੇ ਨੂੰ ਪਾਤਸ਼ਾਹ ਨੇ ਸਾਡੇ ਸਨਮੁਖ ਰੱਖਿਆ। ਕਹਿੰਦੇ ਇੱਕ ਨੌਜਵਾਨ ਗੋਇਲੀ ਧੀ ਆ ਉਹਨਾਂ ਚਰਾਵਿਆਂ ਦੀ, ਜਿਹੜੀ ਉਹ ਧੀ ਨਾ ਨੌਜਵਾਨ ਬੱਚੀ ਆ, ਉਹ ਜਦੋਂ ਸੋਕਾ ਪੈ ਗਿਆ ਉਹਦੇ ਏਰੀਏ ਦੇ ਵਿੱਚ, ਉਹ ਆਪਣਾ ਏਰੀਆ ਛੱਡ ਕੇ ਉਹ ਉਹਨਾਂ ਥਾਵਾਂ ਤੇ ਚਲੀ ਗਈ ਆਪਣੇ ਡੰਗਰ ਲੈ ਕੇ ਜਿੱਥੇ ਘਾਹ ਫੂਸ ਚਰਨ ਨੂੰ ਮਿਲ ਸਕਦਾ। ਮੁੱਧ, ਮੁੱਧ ਤੋਂ ਭਾਵ ਕੀ ਹੈ? ਇੱਕ ਜਵਾਨ ਲੜਕੀ, ਨਵੇਲੜੀਆ। ਫਿਰ ਪਾਤਸ਼ਾਹ ਜੀ ਕਹਿੰਦੇ ਨਵੇਲੜੀਆ ਨਵੀਂ, ਨਵੇਲੜੀਆ ਤੋਂ ਭਾਵ ਨਵੀਂ, ਨਵੀਂ ਤੋਂ ਭਾਵ ਬਿਲਕੁਲ ਸ਼ੁੱਧ ਪਵਿੱਤਰ, ਬਕਾਰਾਂ ਤੋਂ, ਮਾੜੀ ਸੋਚ ਤੋਂ, ਘਟੀਆ ਕੰਮਾਂ ਤੋਂ ਬਚੀ ਹੋਈ ਧੀ। ਹੁਣ ਇੱਥੇ ਇੱਕ ਵਾਰੀ ਨਾ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਹੀ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ। ਦਾਤਾ ਤੇਰੀ ਸੋਚ ਕਿੰਨੀ ਚੰਗੀ ਆ, ਤੇਰੀ ਸੋਚ ਨੂੰ ਸਾਡੇ ਵੱਲੋਂ ਸਲਾਮ ਹੈ, ਸਜਦਾ ਹੈ। ਤੂੰ ਜਵਾਨ ਧੀ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਿਆ, ਦੁਨੀਆ ਦਾ ਸੁਭਾਗ ਆ, ਉਹਨਾਂ ਦਾ ਮਨ ਬਕਾਰੀ ਭਾਵਨਾ ਚਲਾ ਜਾਂਦਾ। ਕਿਸੇ ਜਵਾਨ ਬੀਬੀ ਨੂੰ, ਬੱਚੀ ਨੂੰ ਵੇਖ ਕੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਤੂੰ ਇੱਕ ਜਵਾਨ ਧੀ ਜਿਹੜੀ ਡੰਗਰ ਚਾਰਦੀ ਫਿਰਦੀ ਆ, ਉਹਦੇ ਤੋਂ ਕੁਝ ਆਪ ਲੈ ਕੇ, ਸਿੱਖ ਕੇ, ਤੇ ਅੱਗੋਂ ਤੂੰ ਗੁਰਬਾਣੀ ਦੇ ਵਿੱਚ ਦਰਜ ਕਰ ਦਿੱਤਾ, ਸਿੱਖਾ ਆਪਣਾ ਜੀਵਨ ਐਸਾ ਬਣਾ ਲਾ। ਇੱਕ ਤਾਂ ਉਹ ਧੀ ਆ ਜਵਾਨ, ਤੇ ਜਵਾਨੀ ਪਹਿਰੇ ਦੇ ਵਿੱਚ ਬਕਾਰਾਂ ਤੋਂ ਬਚਣਾ ਕੋਈ ਸੌਖੀ ਗੱਲ ਨਹੀਂ। ਇਹ ਸੱਚਾਈ ਆ। ਤੁਸੀਂ ਸਾਰੇ ਜਵਾਨੀਆਂ ਮਾਣ ਚੁੱਕੇ ਹੋ, ਤੇ ਗੱਲ ਕੱਚੀ ਨਹੀਂ, ਗੱਲ ਬਾਬੇ ਨਾਨਕ ਦੀ ਪੱਕੀ ਆ ਵੀ ਜਵਾਨੀ ਵਿੱਚ ਨਵਾਂ ਰਹਿਣਾ, ਪਵਿੱਤਰ ਰਹਿਣਾ, ਸਾਫ ਸੁਥਰਾ ਰਹਿਣਾ, ਇਹ ਹਰ ਇੱਕ ਬਸ, ਹਰ ਇੱਕ ਦੇ ਬਸ ਦੀ ਗੱਲ ਨਹੀਂ। ਦੁਨੀਆ ਦੇ ਵਿੱਚ ਟਾਵੇਂ ਟਾਵੇਂ ਜੱਗ ਮੈਂ ਉੱਤਮ ਕਾਢੀ ਹੈ, ਬਿਰਲੇ ਕਈ ਕੇ ਦੀ ਗੱਲ ਕੀਤੀ ਹੈ, ਬਿਰਲੇ ਹੀ ਨੇ ਜਿਨ੍ਹਾਂ ਦਾ ਇਸ ਤਰ੍ਹਾਂ ਦਾ ਜੀਵਨ ਹੁੰਦਾ। ਮੁੱਧ ਨਵੇਲੜੀਆ, ਫਿਰ ਗੋਇਲ ਉਹ ਚਰਾਵੀ, ਆਈ ਰਾਮ। ਜਿਵੇਂ ਇੱਕ ਬੱਚੀ ਆਪਣਾ ਘਰ ਛੱਡ ਕੇ, ਆਪਣਾ ਏਰੀਆ ਛੱਡ ਕੇ ਦੂਰ ਆ ਗਈ, ਉਹ ਦੂਰ ਆ ਕੇ ਵੀ ਬਕਾਰਾਂ ਤੋਂ ਬਚੀ ਹੋਈ ਆ। ਆਪਣੇ ਕੰਮ ਦੇ ਵਿੱਚ ਉਹਦਾ ਧਿਆਨ ਆ, ਆਪਣੇ ਕੰਮ ਤੋਂ ਉਹ ਦੂਜੇ ਪਾਸੇ ਧਿਆਨ ਨਹੀਂ ਪਟਦੀ। ਮਟਕੀ ਡਾਰ ਧਰੀ ਹਰ ਲਿਵ ਲਾਈ ਰਾਮ, ਉਹਦੇ ਸਿਰ ਤੇ ਨਾ
एक मटकी भी धरी हुई आ, जानी कि ਉਹਦੇ सिर ते घड़ा भी धरिया होया हैगा। ते उन्हां जिमें जिमें पशु अगे तुरे जाते ने उवें उवें वो मटकी लेके अगे अगे तुरी जाती है, पर मटकी नूं बचा के भी रखती है, मटकी नूं उहने टुटण भी नहीं दिता, मटकी नूं उहने फुटण भी नहीं दिता। पर आई किन्ने टाइम दे लई आ? वो आई आ थोड़े टाइम दे लई। जिन्ना टाइम ਉਹਦੇ ਏਰੀਏ ਵਿੱਚ ਸੋਕਾ ਪਿਆ, ਜਿੰਨਾ ਟਾਈਮ ਉਹਦੇ ਏਰੀਏ ਵਿੱਚ ਮੀਂਹ ਨਹੀਂ ਪਿਆ, ਜਿੰਨਾ ਟਾਈਮ ਉਹਦੇ ਏਰੀਏ ਵਿੱਚ ਵਰਖਾ ਨਹੀਂ ਹੋਈ, ਘਾਹ ਫੂਸ ਪੁੰਗਰਿਆ ਨਹੀਂ, ਉਹਨਾਂ ਟਾਈਮ ਆਪਣਾ ਏਰੀਆ ਛੱਡ ਕੇ ਜਵਾਨ ਗਵਾਲੀ ਧੀ ਉਹ ਦੂਜੇ ਏਰੀਏ 'ਚ ਆ ਗਈ। ਪਰ ਗੁਰੂ ਸਾਹਿਬ ਨੇ ਇਹ ਗੱਲ ਸਾਨੂੰ ਕਿਉਂ ਕਹੀ? ਹੁਣ ਚਲੋ ਇੱਥੇ ਸਾਰਿਆਂ ਦੇ ਦਿਮਾਗ ਵਿੱਚ ਗੱਲ ਚੱਲੂ ਵੀ ਇਹ ਤਾਂ ਕੋਈ ਵੱਡੀ ਗੱਲ ਨਹੀਂ, ਆ ਗਈ ਆਉਣਾ ਹੀ ਹੋਇਆ, ਮੁੜ ਗਈ ਮੁੜਨਾ ਹੀ ਹੋਇਆ, पशु चार ले चारनी होए, सिर ते मटकी धर ली धरनी हुई, ये तो सारे कहांगे ना। पर जिहड़ी विशेष गल है इहदे विच की आ, वो धी आई सी बिल्कुल अपने पेके घर दे विचों, अपने घर दे विचों साफ सुथरा जीवन लेके आई। ते साफ सुथरा जीवन लेके जदों मींह पै गया ना उहदे एरिए च, उदों पशु लेके वापस हो गई। ते गुरु साहब ने सानू की कहा, आ संसार एक दरिया का कंढा गा, ਜਿਹਦੇ ਤੋਂ तू बहुत ਵੱਡੇ ਵੱਡੇ ਕੰਮ ਕਰਨ ਵਾਸਤੇ ਆਏ ਆ, ਤੂੰ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਆਏ ਆ, ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਮਾਉਣ ਵਾਸਤੇ ਆਏ ਆ। ਸੱਜਣਾ, ਜਿਸ ਦਿਨ ਤੂੰ ਜਨਮਿਆ ਸੀ ਨਾ, ਬਿਲਕੁਲ ਸਾਫ਼ ਸੀ, ਸੁਥਰਾ ਸੀ। ਸਾਫ਼ ਸੁਥਰੇ ਤੋਂ ਭਾਵ ਬਾਹਰੀ ਮੈਲ ਦੀ ਇੱਥੇ ਗੱਲ ਨਹੀਂ, ਇੱਥੇ ਜੀਵਨ ਦੇ ਉੱਚੇ ਸੁੱਚੇਪਣ ਦੀ ਗੱਲ ਆ। ਤੁਸੀਂ ਸਮਝਦੇ ਹੋ ਇਸ ਗੱਲ ਨੂੰ ਵੀ ਆਪਣੇ ਜੀਵਨ ਨੂੰ ਪਾਕ ਤੇ ਪਵਿੱਤਰ ਰੱਖਣਾ, ਉੱਚਾ ਸੁੱਚਾ ਰੱਖਣਾ, ਇਹਦੀ ਗੱਲ ਆ। ਹੁਣ ਸੋਚੋ ਵੀ ਜੇ ਅਸੀਂ ਆਪਣੇ ਜੀਵਨ ਨੂੰ ਉੱਚਾ ਸੁੱਚਾ ਜਿਹੋ ਜਿਹਾ ਸਾਨੂੰ ਮਿਲਿਆ ਸੀ ਉਹੋ ਜਿਹਾ ਲੈ ਕੇ ਵਾਪਸ ਹੋ ਗਏ, ਤੇ ਗਰੰਟੀ ਆ ਰੱਬ ਦੀ ਦਰਗਾਹ ਵਿੱਚ ਸਾਡੇ ਤੇ ਬਖਸ਼ਿਸ਼ ਹੋ ਜੂਗੀ। ਉੱਚਾ ਤੇ ਸੁੱਚਾ ਜੇ ਆਪਾਂ ਲੈ ਕੇ ਵਾਪਸ ਹੋ ਗਏ ਤਾਂ, ਤੇ ਜੇ ਅਸੀਂ ਆ ਕੇ ਸੰਸਾਰ ਵਿੱਚ ਮਲੀਨ ਹੋ ਗਏ, ਤੇ ਇੱਕ ਗੱਲ ਚੇਤੇ ਰੱਖਿਓ, ਨਾ ਤਾਂ ਸਾਨੂੰ ਦੁਨੀਆ 'ਚ ਥਾਂ ਮਿਲਣੀ ਆ ਤੇ ਰੱਬ ਦੀ ਦਰਗਾਹ 'ਚ ਤਾਂ ਥਾਂ ਮਿਲਣੀ ਕੀ ਆ। ਮਲੀਨਤਾ ਤੋਂ ਭਾਵ ਜਦੋਂ ਆਪਾਂ ਆਪਣੇ ਜੀਵਨ ਤੋਂ ਗਿਰ ਗਏ। ਮੈਨੂੰ ਇੱਕ ਗੱਲ ਇੱਥੇ ਕਹਿਣੀ ਬਣਦੀ ਆ, ਕਿਉਂਕਿ ਅੱਜ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਜੀਵਨ ਮੈਲੇ ਆ ਨਾ, ਲੋਕ ਉਹਨਾਂ ਨੂੰ ਸਟਾਰ ਬਣਾਉਂਦੀ ਆ। ਬਾਬਾ ਨਾਨਕ ਉਹਨਾਂ ਨੂੰ ਸਟਾਰ ਨਹੀਂ ਬਣਾਉਂਦਾ, ਬਾਬਾ ਨਾਨਕ ਉਹਨਾਂ ਨੂੰ ਸਟਾਰ ਬਣਾਉਂਦਾ ਜਿਨ੍ਹਾਂ ਦੇ ਜੀਵਨ ਉੱਚੇ ਤੇ ਸੁੱਚੇ ਨੇ। ਇੱਥੇ ਇੱਕ ਜਵਾਨ ਧੀ ਦੀ ਗੱਲ ਕੀਤੀ ਆ, ਤੇ ਜਵਾਨ ਧੀ ਦੇ ਜੀਵਨ 'ਚੋਂ ਅਸੀਂ ਦੁਨਿਆਵੀ ਮਤ ਮੁਤਾਬਕ ਦੇਖਾਂਗੇ ਤਾਂ ਸਾਡੀ ਨਿਗਾਹ ਭਟਕ ਸਕਦੀ ਆ। ਪਰ ਬਾਬੇ ਨਾਨਕ ਦੇ ਜੀਵਨ ਨੂੰ ਸਜਦਾ ਜਿਨ੍ਹਾਂ ਦੀ ਨਿਗਾਹ ਨਹੀਂ ਭਟਕੀ, ਸਗੋਂ ਉਹਨਾਂ ਨੇ ਸਾਨੂੰ ਸਮਝਾ ਦਿੱਤਾ, ਸਿੱਖਾ ਇਉਂ ਆਪਣੇ ਜੀਵਨ ਦੇ ਵਿੱਚ ਇੱਕ ਗੋਇਲੀ ਤੋਂ ਨਾ, ਇੱਕ ਜਵਾਨ ਬੱਚੀ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰ। ਜੇ ਉਹ ਆਪਣਾ दूर आके ना अपने परिवार तो पशु चार के वापस बिल्कुल साफ ते पवित्र जीवन लेके चली गई, ते तेरा भी जीवन अजिहा होना चाहिए, तेरा जीवन साफ सुथरा होना चाहिए, तेरा जीवन उच्चा ते सुच्चा होना चाहिए, महान होना चाहिए। ते गुरु की बाणी साडे जीवन नूं प्यारिओ महान बनाउंदी आ, ते जिहदा जीवन महान होवे उहदी जगत दे विच शोभा भी हुंदी आ, वडियाई भी हुंदी आ। सच्चे मार्ग चलदे आ उस्तत करे जहान। फिर अगली तुक विच पातशाह कहंदे ने, जिवें उहने लिव लाई आ ना, ते अपने घड़े दे विच उहदा ध्यान टिकिया होया, वो तुरदी फिरदी कुछ अपने वल्लों गाउंदी भी फिरदी आ। हुण बकरियां वालियां दा, पशु चारण वालियां दा सुभाअ हुंदा अपने वल्लों कुछ ना कुछ बोलदे रहना। मतलब कारण की हुंदा गा? उहनां दा अपना मनोरंजन। चलो वो वखरी गल आ की बोलदे ने। ਉਹ ਤੁਰੀ ਵੀ ਫਿਰਦੀ ਆ, ਉਹ ਤੁਰੀ ਜਾਂਦੀ ਕਿਸੇ ਲੰਘਦੀ ਟੱਪਦੀ ਠੇਡਾ ਮਾਰਿਆ, ਕੋਈ ਬੂਟਾ ਪੱਟ ਲਿਆ, ਕੋਈ ਫੁੱਲ ਤੋੜ ਲਿਆ, ਇਦਾਂ ਦੇ ਕੰਮ ਵੀ ਕਰਦਾ ਜਾਂਦਾ ਜਾਂ ਕਰਦੀ ਜਾਂਦੀ ਆ। ਪਰ ਪਾਤਸ਼ਾਹ ਜੀ ਕਹਿੰਦੇ ਨਾ, ਸਿਰ ਤੇ ਜਿਹੜੀ ਮਟਕੀ ਪਈ ਆ ਪਰ ਉਹ ਡਿੱਗਣ ਨਹੀਂ ਦਿੰਦੀ ਗੀ। ਹੁਣ ਦੇਖੋ, ਸਿਰ ਤੋਂ ਮਟਕੀ ਨੂੰ ਬਚਾਉਣਾ ਇਹ ਹੱਥਾਂ ਦਾ ਕੰਮ ਨਹੀਂ, ਇਹ ਸੁਰਤ ਦਾ ਕੰਮ ਆ। ਸਾਡੇ ਜੀਵਨ ਦੇ ਵਿੱਚ ਅਸੀਂ ਵੀ ਗੁਰੂ ਸਾਹਿਬ ਜੀ ਕਹਿੰਦੇ ਹੋ ਪਰਮੇਸ਼ਰ ਪਰਮਾਤਮਾ ਦੇ ਨਾਲ ਨਾ ਆਪਣੇ ਪਰਿਵਾਰ ਰੂਪੀ ਮਟਕੀ ਨੂੰ ਸਿਰ ਤੇ ਧਰ ਕੇ, ਆਪਣੇ ਬੱਚਿਆਂ ਦੀ, ਆਪਣੇ ਪੁੱਤ ਪੋਤਿਆਂ ਦੀ, ਆਪਣੇ ਪਰਿਵਾਰਾਂ ਦੀ ਮਟਕੀ ਨੂੰ ਆਪਣੇ ਸਿਰ ਤੇ ਧਰ ਕੇ ਉਸ ਮਟਕੀ ਨੂੰ ਨਾ ਤਾਂ ਡਿੱਗਣ ਦੇਣਾ
ना तो छड्ड के भजना डिगण तो भाव भी मैं तो हथ खड़े कर गया जी, मैं अपने कर्मां तो अपने धर्म तो भगौड़ा, ते ना ही आपां ਉਹ ਮਟਕੀ ਨੂੰ ਡਿੱਗਣ ਦੇਣਾ ਤੇ ਨਾ ਹੀ ਉਹ ਮਟਕੀ ਦਾ ਖਹਿੜਾ ਛੱਡਣਾਗਾ। ਦੋਵੇਂ ਕੰਮ ਕਰਨੇ ਨੇ, ਉਹਨੂੰ ਬਚਾ ਕੇ ਵੀ ਰੱਖਣਾ ਤੇ ਮਟਕੀ ਨੂੰ ਆਪਣੇ ਜੀਵਨ ਦੇ ਵਿੱਚ ਵਰਤਣਾ ਵੀ ਹੈ। ਭਾਵ ਆਪਣਾ ਧਿਆਨ ਗੁਰੂ ਨਾਲ ਜੋੜ ਕੇ ਰੱਖਣਾ, ਮਟਕੀ ਨੂੰ ਬਚਾਉਣਾ, ਗੁਰੂ ਨਾਲ ਧਿਆਨ ਜੋੜ ਕੇ ਰੱਖਣਾ, ਮਟਕੀ ਦੀ ਪਰਵਰਿਸ਼ ਕਰਨੀ, ਉਹਨੂੰ ਸੰਭਾਲ ਕੇ ਰੱਖਣਾ। ਕਿਉਂ? ਕਿਉਂਕਿ ਮੈਨੂੰ ਜਦੋਂ ਲੋੜ ਪਈ ਉਹ ਮਟਕੀ 'ਚ ਮੇਰੇ ਲਈ ਪਾਣੀ ਆ। ਸਾਡੇ ਪੁੱਤ ਪੋਤੇ ਸਾਡੇ ਲਈ ਮਟਕੀ ਨੇ, ਜਦੋਂ ਸਾਨੂੰ ਲੋੜ ਪਈ ਤੇ ਸਾਡੇ ਪੁੱਤ ਪੋਤੇ ਉਹ ਮਟਕੀ ਰੂਪੀ ਪਾਣੀ ਆ ਜਿਹੜਾ ਉਹ ਸਾਡੇ ਮੂੰਹ 'ਚ ਪਾਣੀ ਪਾਉਣਗੇ ਜੇ ਅਸੀਂ ਉਹਨਾਂ ਦੀ ਸੁਚੱਜੇ ਢੰਗ ਨਾਲ ਸੰਭਾਲ ਕਰਾਂਗੇ। ਜੇ ਸੁੱਟਤੀ ਮਟਕੀ ਟੁੱਟ ਜੂ, ਧਿਆਨ ਕੱਢ ਲਿਆ ਫਿਰ ਟੁੱਟ ਜੂ, ਨਾ ਧਿਆਨ ਕੱਢਿਆ ਫਿਰ ਆਪਾਂ ਆਪਣੇ ਜੀਵਨ ਨੂੰ ਸੰਭਾਲ ਲਵਾਂਗੇ। ਸੌਖੀ ਜੀ ਗੱਲ ਵੀ ਆਪਣੇ ਮਟਕੀ ਰੂਪੀ ਬੱਚਿਆਂ ਨੂੰ ਸੰਭਾਲੋ। जिन्हों ने घड़ा संभाल लिया वो जिथे जी करे उत्थे पानी पी सकते नेगे, उन्होंने संभाल लिया। जिन्हों ने मेरे वर्गे ने नहीं संभालिया वो जदों तेह लगी उदों भटकते फिरदे आ ते पहलां घड़े नूं चक्किया नहीं, कहंदे संग लगदी आ, जां ध्यान नहीं दिता उहदे विच, जां अवेसले हो गए, जां घौल ही करके लोड़ ही कहंदे कोई नहीं गी। पर इत्थे गुरु साहब कहंदे साडा परिवार, बच्चे बच्चियां, पोते पोतियां, सोहना जीवन ये मटकी का रूप आ। फिर जिथे चाहोगे अपने पुत पोत्यां दा भाव खजाना तुसीं वरत सकते हो। तो पोते का अर्थ भी खजाना ही हुंदा, ते खजाने का अर्थ जिन्हां कोले खजाना है उन्हां नूं फिक्र कोई नहीं, पर जिन्हां कोले भाई सोहना जीवन ते सोहना परिवार, सोहने बच्चे बच्चियां, चंगे चढ़दी कला वाला जीवन वाला होण तां उन्हां नूं फिक्र कोई नहीं होंदी। इउं गुरु साहब ने सानूं समझा दिता। फिर सतगुरु पातशाह कहते लिब लाए हर स्यों रही, गोयल सहज शब्द शिंगारिया। सतगुरु पातशाह जी कहते ना सतगुरु के शब्द की बरकत नाल अपने जीवन नूं तू निखार लै, घड़ लै। गोयल शब्द वाहिगुरु सहज शब्द शिंगारिया। उस गोयली ने, उस चरावी ने अपने जीवन नूं सोहना बनाया, पवित्र बनाया, गुणा दे नाल उन्हें शंगार लिया। मतलब हुण थोड़ी जी व्याख्या करांगे आपां। वो बेचारी ना इन्नी क भली मानस, इन्नी क चंगी आ भी उहदे जीवन विच किसी तरह का दाग नहीं। सच्चाई आ, जे जीवन बेदाग है वो जिथे जिथे भी जिस कंडे ते जिस जमीन दे विच अपने पशु लेके जावेगी ते पिछले बन्नों एक आवाज़ आउंदी है, धी बड़ी सियाणी आ, जेड़े जेड़े भी उहनूं इंसान वीर भैणां टक्करनगे ते सारे उहदी वडियाई करनगे। क्यों करनगे? उहदे तन ते कोई सोना चांदी नहीं चाढ़िया, शिंगार तो भाव उहदे तन ते कोई गहना गट्टा नहीं पाया, क्योंकि चरावी आ ना, आम सिंपल जीवन आ, पर उहदे जीवन विच गुणां दा शिंगार कीता सी। इस करके हर कोई हथ बन लैंदा, धीए शाबाश, धीए तेरा जीवन बड़ा पाक ते पवित्र है। इवें गुरु साहब कहंदे सज्जना जे तू अपने जीवन नूं बना लवें तां ओह मालक दे दर तो खुशियां पा सकदा। जे तू जीवन ना बनाया तो फिर जिंदगी गरकी दे विच चली जावेगी। कर जोड़ गुर पै कर बनंती, गुरु अगे हथ जोड़, गुरु अगे बेनती कर। कर तो भाव हुंदा हथ, जोड़ तो भाव हुंदा जोड़ लैने। कर जोड़ गुर पै कर बेनंती, मिलहो साच प्यारिया। अपने प्यारे नूं रोज मिलन दी हिम्मत कर, अपने वल्लों उपराला कर ते ओहदे अगे जोड़ के हथ एक बेनती भी कर। बेनती की करनी आ भी जिमें पातशाह तू मैनू एक छोटी जी बच्ची दे, जवान बच्ची दे जीवन चो कुछ नमूना बना के, फोटो बना के मैनू विखाई है ना भी उहदा इन्ना सोहना जीवन आ, इन्ना वधिया जीवन आ, उहदा ध्यान मटकी चा, वो तुरी फिरदी आ, वो अपना घर छड्ड के आई फिर भी बा इज्जत अपने सोहने जीवन नूं वापस बेदाग लेगी। इवें जिवें मैं अपने जीवन नूं बेदाग ले जाना चाहुंदा ते पर किरपा तू करनी आ। असीं बेनती करिए ना भी किरपा तू करनी आ, सानू तू शब्द दी विचार दे तां जो असीं अपने जीवन नूं शिंगार लईए। ये गल चेते रखियो, इत्थे गुरु ने गल कीती आ
अपने गुरु अगे हथ जोड़। क्यों जोड़ने आ, ਇਹਦਾ मतलब की आ, ਇਹਦਾ कारण की आ। वैसे कोई इधरों ਆਪਾਂ लम्मा चौड़ा विषा नहीं है भी ਆਪਾਂ ਨੂੰ कारण ਲੱਭਣਾ ਪਊਗਾ। कारण सौखा ही आ। सौखा किवें आ भला भी इस तरह भी साडा जिहड़ा गुरु आ ना ਉਹਦਾ किरदार बड़ा वधिया। ਜਿਹੜਾ गुरु आ ना ਉਹ हर एक ਦਾ सत्कार बड़ा करदा गा। ਜਿਹੜਾ ਸਾਡਾ गुरु आ ना ਉਹਦੇ ਜੀਵਨ 'ਚ कमी कोई नहीं है। बस ਇੰਨੀ ਗੱਲ आ। ਇਹ ਗੁਰੂ ਸਾਡਾ ਉਹ ਆ ਜਿਹੜਾ ਇੱਕ ਕੰਗਾਲ ਦਾ ਵੀ ਸਤਿਕਾਰ ਕਰਦਾ, ਇੱਕ ਰਾਜੇ ਦਾ ਵੀ ਸਤਿਕਾਰ ਕਰਦਾ, ਇੱਕ ਆਮ ਦਾ ਵੀ ਸਤਿਕਾਰ ਕਰਦਾ, ਇੱਕ ਖਾਸ ਦਾ ਵੀ ਸਤਿਕਾਰ ਕਰਦਾ ਗਾ। ਤਾਂ ਕਰਕੇ ਅਸੀਂ ਆਪਣੇ ਗੁਰੂ ਦੀ ਵਡਿਆਈ ਕਰਦੇ ਹਾਂ। ਤਾਂ ਕਰਕੇ ਬੇਨਤੀ ਹੁੰਦੀ ਹੈ ਵੀ ਭਾਈ ਗੁਰੂ ਜਿਹੜਾ ਗੁਰੂ ਸਾਡਾ ਨਾ ਇਹਦੇ ਵਰਗਾ ਕੋਈ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਨਾਨਕ ਪਾਤਸ਼ਾਹ ਜਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਕੋਈ ਵੀ ਨਹੀਂ ਦੁਨੀਆ ਦੇ ਵਿੱਚ ਹੋਣਾ। ਐਵੇਂ ਨਹੀਂ ਲੋਕਾਂ ਦੀਆਂ ਧਾਰਨਾ ਬਣੀਆਂ, ਐਵੇਂ ਨਹੀਂ ਲੋਕਾਂ ਦੇ ਬੋਲ ਬਣੇ, ਨਾ ਹੋਇਆ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ। ਗੁਰਬਾਣੀ 'ਚ ਤਾਂ ਬਾਕਾਇਦਾ ਲਿਖਿਆ ਨਾ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਤੁਹਾਨੂੰ ਪਤਾ, ਦੱਸਣ ਦੀ ਲੋੜ ਨਹੀਂ ਹੈ, ਪਰ ਕਿਉਂ ਇੱਥੇ ਸਵਾਲ ਬਣ ਗਿਆ ਕਿ ਕਿਉਂ ਇੱਥੇ ਬਾਣੀ ਤੁਕ ਪੜ੍ਹੀ ਆ। ਉਸ ਅੱਗੇ ਹੱਥ ਜੋੜ ਜਿਹੜਾ ਪੂਰੀ ਮਾਨਵਤਾ ਦਾ ਸਾਂਝਾ ਗੁਰੂ ਆ। ਹਰੇਕ ਅੱਗੇ ਹੱਥ ਨਹੀਂ, ਇੱਕ ਮਾਲਕ ਪਰਮਾਤਮਾ ਅੱਗੇ, ਦਾਤੇ ਅੱਗੇ। ਇੱਕ ਛੋਟੀ ਜਿਹੀ ਨਾ ਇਤਿਹਾਸ ਦੇ ਵਿੱਚੋਂ ਆਪਾਂ ਵਾਰਤਾ ਸਾਂਝੀ ਕਰਨੀ ਆ। ਗੱਲ ਚੱਲ ਰਹੀ ਹੈ ਵੀ ਗੁਰੂ ਵਰਗਾ ਕੋਈ ਨਹੀਂ ਹੈ। ਇਤਿਹਾਸ ਆਪਾਂ ਸਾਰੇ ਜਾਣਦੇ ਆ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਵਿੱਚ 6 ਤੋਂ 7 ਮਹੀਨੇ ਘੇਰੇ ਦੇ ਵਿੱਚ ਰਹੇ। ਭੁੱਖ ਦਾ ਦੁੱਖ ਝੱਲ ਲਿਆ, ਪਾਣੀ ਤੋਂ ਪਿਆਸੇ ਵੀ ਰਹਿ ਗਏ। ਬੜੇ ਗੁਰੂ ਦੇ ਪਿਆਰੇ ਨੇ ਜਿਹੜੇ ਸ਼ਹੀਦੀਆਂ ਵੀ ਪਾ ਗਏ, ਜਾਨਾਂ ਵੀ ਵਾਰ ਗਏ। ਦੁੱਖ ਤਾਂ ਸਾਰੀ ਭੈੜੇ ਨੇ, ਭੁੱਖ ਦਾ ਵੀ, ਤੇਹ ਦਾ ਵੀ। ਬਰੋਬਰ ਕੋਈ ਸਾਡਾ ਭੈਣ ਭਰਾ, ਸੰਗੀ ਸਾਥੀ, ਦੋਸਤ ਮਿੱਤਰ ਚੜ੍ਹਾਈ ਕਰ ਜੇ, ਦੁੱਖ ਉਹ ਵੀ ਬਹੁਤ ਵੱਡਾ ਹੁੰਦਾ। ਬੜਾ ਵੱਡਾ ਦੁੱਖ ਆ ਨਾ। ਪਰ ਚੇਤਾ ਰੱਖਿਓ, ਜਦੋਂ ਮੁਗਲੀਆਂ ਨੇ ਬਾਹਰੋਂ ਘੇਰਾ ਪਾ ਕੇ ਰੱਖਿਆ, ਇਹ ਸੱਚ ਤੇ ਝੂਠ ਦੀ ਲੜਾਈ ਆ, ਜ਼ਰ ਜ਼ੋਰੂ ਜ਼ਮੀਨ ਦੀ ਲੜਾਈ ਨਹੀਂ ਹੈ। ਇੱਕ ਦਿਨ ਐਸਾ ਆਇਆ ਜਦੋਂ ਇਹਨਾਂ ਮੁਗਲੀਆਂ ਨੇ ਅਤੇ ਪਹਾੜੀ ਰਾਜਿਆਂ ਨੇ ਆਪਣੇ ਵੱਲੋਂ ਕੁਰਾਨ ਸ਼ਰੀਫ ਅਤੇ ਗੀਤਾ ਦੀਆਂ ਕਸਮਾਂ ਖਾਧੀਆਂ ਤੇ ਗੁਰੂ ਅੱਗੇ ਥਾਲੀ 'ਚ ਰੱਖ ਕੇ ਜਾਂ ਆਪਣੇ ਵੱਲੋਂ ਕਿਸੇ ਵੀ ਨਮੂਨੇ ਦੇ ਵਿੱਚ ਲਿਜਾ ਕੇ ਪੇਸ਼ ਵੀ ਕੀਤੀਆਂ। ਸਾਨੂੰ ਸਾਡੇ ਧਾਰਮਿਕ ਗ੍ਰੰਥਾਂ ਦੀ ਸਹੁੰ। ਦੇਖੋ, ਪਹਿਲੀ ਗੱਲ ਤਾਂ 10ਵੇਂ ਪਾਤਸ਼ਾਹ ਦਾ ਹੁਕਮ ਆ ਵੀ ਆਪਾਂ ਸਹੁੰ ਖਾਣੇ ਤੇ ਇਤਵਾਰ ਹੀ ਨਹੀਂ ਕਰਨਾ। ਹਾਂ, ਜੇ ਕੋਈ ਭਲਾ ਮਾਨਸ ਆ ਉਹਦੀ ਗੱਲ ਤੇ ਅਮਲ ਕਰ ਲਓ, ਵਿਸ਼ਵਾਸ ਕਰ ਲਓ ਵੀ ਠੀਕ ਆ, ਜੋ ਤੂੰ ਕਹਿਣਾ ਠੀਕ ਆ, ਪਰ ਅਸੀਂ ਸਹੁੰ ਖਾਣੇ ਤੇ ਇਤਵਾਰ ਤਾਂ ਕਰਨਾ ਹੀ ਕੋਈ ਨਹੀਂ ਗਾ। ਚਲੋ, ਹੁਣ ਕਸਮਾਂ ਖਾਧੀਆਂ, ਵਾਸਤਾ ਪਾਇਆ ਆਪਣੇ ਧਾਰਮਿਕ ਗ੍ਰੰਥਾਂ ਦਾ। ਤੇ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਭਾਈ ਦਇਆ ਸਿੰਘ ਹੋਰਾਂ ਨੂੰ ਕਿਹਾ, ਭਾਈ ਦਇਆ ਸਿੰਘ ਜੀ ਤਿਆਰੀ ਕਰ ਲਓ, ਆਨੰਦਗੜ੍ਹ ਦਾ ਕਿਲਾ ਆਪਾਂ ਛੱਡਣਾ, ਆਨੰਦਪੁਰ ਸਾਹਿਬ ਆਪਾਂ ਛੱਡ ਦੇਣਾ, ਤਿਆਰੀ ਕਰ ਲਓ। ਤੇ ਉਸ ਟਾਈਮ ਤੇ ਆਪਾਂ ਨੂੰ ਪਤਾ ਨਾ ਵੀ ਬਈ ਭਾਈ ਦਇਆ ਸਿੰਘ ਹੋਰੀ ਗੁਰੂ ਪਾਤਸ਼ਾਹ ਦੇ ਬੜੇ ਨਜ਼ਦੀਕ ਨੇ। ਸੱਚੇ ਪਾਤਸ਼ਾਹ ਬੇਨਤੀ ਆ, ਭੁੱਖ ਦਾ ਦੁੱਖ ਝੱਲ ਲਿਆ ਤੇ ਝੱਲ ਲਈ, ਆਪਣੇ ਕਿੰਨੇ ਗੁਰਸਿੱਖ ਪ੍ਰਾਣਾ ਤੋਂ ਪਿਆਰੇ ਚੜ੍ਹਾਈ ਕਰ ਗਏ। ਪਰ ਇਹ ਕੀ ਗੱਲ ਬਣੀ ਹੁਣ? ਐਨ ਜਮਾ ਜਦੋਂ ਬਾਜੀ ਜਿੱਤਣ ਦੇ ਮੌਕੇ ਆ ਤੇ ਤੁਸੀਂ ਉਦੋਂ ਛੱਡਣ ਦੀ ਗੱਲ ਕਰਦੇ ਹੋ, ਇਹ ਭਲਾ ਕੀ ਗੱਲ ਬਣੀ? ਤਾਂ ਉਸ ਟਾਈਮ ਤੇ 10ਵੇਂ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਮੇਰੇ ਪਿਆਰੇ ਭਾਈ ਦਇਆ ਸਿੰਘ ਜੀ, ਪੰਜੇ ਪਿਆਰੇ ਨਜ਼ਦੀਕ ਆ ਨਾ, ਬੜੇ ਨੇੜੇ ਨੇ, ਗੁਰੂ ਸਾਹਿਬ ਦੇ ਇਰਦ ਗਿਰਦ ਰਹਿੰਦੇ ਨੇ। ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਇਹ ਬੇਨਤੀ ਆ ਵੀ
ਅਸੀਂ रोज गुरु की पावन बाणी विच पढ़दे हां। की पढ़दे हां? भी ਅਸੀਂ ਧਾਰਮਿਕ ਲਿਖਤਾਂ ਦਾ ਸਤਿਕਾਰ ਕਰਦੇ ਹਾਂ। वेद कतेब कहो मत झूठे। कोई वेद नहीं झूठा, कोई कतेब नहीं झूठा। हाँ, झूठा वो आ जिहड़ा इन्हां दी विचार ना करे। वेद कतेब कहो मत झूठे, झूठा जो ना विचारे। झूठा वो आ जिहड़ा विचार नहीं करदा। किड्डी वड्डी गल गुरबाणी विचों सानूं मिल गई ना, भी असीं एक परमात्मा वाहिगुरू ते टेक रखण वाले धार्मिक कोई भी किसी तरह का ग्रंथ आ उहदा सत्कार करदे आ। पर अज इन्हां लोकां ने धार्मिक ग्रंथां दी सौं खाधी आ, वास्ता पाया। पर सानू तां बाणी रोज कहिंदी आ भी सानू धार्मिक पोथियां दा सत्कार करना चाहीदा ते विचार करनी चाहीदी आ। ते असीं ये विचारां अपने जीवन च मंनदे आ भी असल दे विच ये धार्मिक पोथियां नहीं माड़ियां, ये पोथियां दी मत ना अपने जीवन च ग्रहण करन वाला बंदा माड़ा, जिहड़ा इन्हां दी विचार नहीं करदा। ये हिंदू माड़े हो सकदे आ, बंदा माड़ा हो सकदा ना, ये मुस्लिम माड़े हो सकदे ने, पर ये नहीं माड़ियां। क्योंकि आपां इतिहास विच सारे बड़े सूझवान हो। किन्ने थावां ते गुरु दे सिखां दा इस तरह दा इतिहास पढ़दे भी जदों गुरु दा वास्ता पै जे किते भी, वो भाव किसे दा इतिहास आ, भावें सिंहे उपल दा, भावें वो आम दा, ते भावें वो खास किसे गुरु दे सिख दा, जदों गुरु ते वास्ता पै जे, गल धार्मिक पोथी दी आ जे, उदों गुरु पातशाह दे सिख हथ जोड़ दिंदे ने। इन्ना क सत्कार आ। एक गल होर नोट करियो विचों दी, गुरु नानक साहब ने तां सत्कार कीता, दशमेश पिता ने सत्कार कीता, अज तक तुसीं जीवन वाले गुरसिख दी जिंदगी दे विच ये पॉइंट नहीं वेख्या होना भी फलाने थां ते गुरसिख ने, असली गुरसिख ने। एक बनौटी हुंदा, एक असली हुंदा। बनौटी का भी पता लग जाता ते असली का भी पता लग जाता। एक तो गलाफ ही चढ़िया हुंदा गा, एक अंदर गुण भी हुंदे ने। गुणां दे धारनी गुरसिख ने कदे किसी धार्मिक ग्रंथ का अपने वल्लों नरादर नहीं कीता गा, कदे बेअदबी नहीं की। हाँ, वो ये दुनिया ते लोग बड़े ने जिन्हां ने गुरु ग्रंथ साहिब जी दे पावन सबरूप पाड़े, अग्गां लाइयां, नरादरी कीती, गुट के पन्ने पाड़ के सुट्टे, बड़े लोग ने। पर नहीं, गुरु दे सिख दे जीवन का किड्डा क बड़ा संदेश सानू मिल सकदा भी कोई नहीं कहंदा भी मैनू रामायण दी पोथी मिल गई ते मैं पाड़ के सुट दियां। इथों तक भी है। चलो बेशक सिख मूर्ति पूजक नहीं है, ते आपां नूं ना जिन्ने तुसीं सियाणे सज्जण दाने पुरख बैठे हो, भैणां बैठियां, ते आपां नूं कोई किसी धार्मिक रहबर दी फोटो भी मिल जे ते आपां ओह भी कढ के ना पानी चों चिकड़ चूचे थां च रख दिंदे भी चलो कोई ना, ये पैरां थल्ले आउंदी, इहनूं साइड ते कर दो। इन्ना क सत्कार साडे जीवन विच हैगा। बेशक असीं किसी मूर्ति दे पूजा नहीं, पूजक नहीं हाँ, पर सत्कार है। हुण दसवें पातशाह ने यही गल कही भी आपां हुण किला जरूर छड्डना। क्यों? क्योंकि इन्हां लोकां ने धार्मिक पोथियां दीयां सौहां खा लईआं, धार्मिक पोथियां दा इन्हां लोकां ने वास्ता पा दिता, ते हुण आपां किला जरूर छड्डना। इहदे चों माण वाली गल किहड़ी आ भी साडा गुरु किड्डा महान है जिहड़ा धार्मिक दूजियां दीयां पोथियां दा भी सत्कार करदा गा। पर एक गल करारी कह दित्ती, जिहड़ा बंदा कोई धार्मिक पोथी ग्रंथ पढ़दा नहीं, ओहदी विचार नहीं करदा गा, ओह झूठा। हुण इत्थे नाले नूं आपां भी अपने जीवन च देख लांगे ढाल के भी जे असीं धार्मिक पोथी तो दूर हाँ, असीं विचार नहीं करदे, असीं फोकी शोहरत दे लई केवल बाहरी तौर ते कुछ कर रहे हाँ, पखंड कर रहे हाँ, तां ਇਹ ना तो मेरी गल आ ते ना तुहाडी गल आ, ना किसी होर दी गल आ, ये गुरु दी गल आ। गुरु साहब ने बाणी च लिख दिता, वेद कतेब कहो मत झूठे। झूठा ओ कौन? जिहड़ा विचार नहीं करदा,
ਝੂਠਾ ਜੋ ਨਾ ਵਿਚਾਰੇ। ਹੁਣ ਸਿੱਖੋ, ਆਪਾਂ ਵੀ ਗੱਲ ਦਾ ਨਿਗਾਹ ਧਿਆਨ ਮਾਰ ਕੇ ਵੇਖਣੀ ਆ। ਜੇ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਨਹੀਂ ਕਰਾਂਗੇ ਤਾਂ ਸਾਨੂੰ ਗੁਰੂ ਨੇ ਥੋੜਾ ਜਿਹਾ ਲਾਂਭਾ ਦਿੱਤਾਗਾ। ਥੋੜਾ ਜਿਹਾ ਗੁਰੂ ਨੇ ਸਾਡੇ ਤੇ ਨਾ ਵਿਅੰਗ ਦੇ ਵਿੱਚ ਗੱਲ ਕਸੀ ਆ, ਸਿੱਖਾ ਤੂੰ ਝੂਠਾ ਜੇ ਤੂੰ ਬਾਣੀ ਦੀ ਵਿਚਾਰ ਨਹੀਂ ਕਰਦਾ। ਬਾਕੀ ਗ੍ਰੰਥ ਛੱਡ, ਤੈਨੂੰ ਬਾਣੀ ਦੀ ਵਿਚਾਰ ਕਰਨ ਦਾ ਹੱਕ ਹੈ। 101% ਤੇਰਾ ਫਰਜ਼ ਬਣਦਾ ਬਾਣੀ ਦੀ ਵਿਚਾਰ ਚਾਹੇ ਕਰ ਤੇ ਚਾਹੇ ਸੁਣ। ਜੇ ਨਹੀਂ ਸੁਣੇਗਾ ਕਰੇਗਾ ਤੇ ਫਿਰ ਤੂੰ ਭਾਈ ਗੁਰੂ ਦੀ ਨਿਗਾਹ 'ਚ ਝੂਠਾ। ਤੇ ਗੁਰੂ ਕਹਿੰਦਾ, ਇਹ ਅਸੀਂ ਨਹੀਂ ਕਹਿੰਦੇ। ਬਾਣੀ ਸਰਚ ਕਰਕੇ ਵੇਖ ਲਓ ਮੋਬਾਈਲ ਫੋਨ ਤੇ, ਨਾਲ ਦੀ ਨਾਲ ਤੁਹਾਡੇ ਕੋਲ ਸਾਰਾ ਡਾਟਾ ਨਿਕਲ ਆਉਣਾ। ਕਹਿਣ ਤੋਂ ਮੁਰਾਦ ਦਸਵੇਂ ਪਾਤਸ਼ਾਹ ਨੇ ਫਿਰ ਉੱਥੇ ਧਾਰਮਿਕ ਪੋਥੀਆਂ ਦਾ ਸਤਿਕਾਰ ਬਰਕਰਾਰ ਰੱਖਣ ਦੇ ਲਈ ਕਿਲ੍ਹਾ ਆਨੰਦਪੁਰ ਸਾਹਿਬ ਦਾ ਛੱਡਿਆ ਸੀ। ਨੰਬਰ 2 ਆਪਾਂ ਸਤਿਕਾਰ ਵੇਖ ਰਹੇ ਸੀ ਨਾ। ਗੁਰੂ ਇੰਨਾ ਸਾਡਾ ਸਤਿਕਾਰਯੋਗ ਆ, ਤਾਈਓ ਵੱਡਾ ਕਹਿੰਦੇ ਆ, ਤਾਈਓ ਕਹਿੰਦੇ ਇਹਦੇ ਵਰਗਾ ਹੋਰ ਕੋਈ ਨਹੀਂ ਹੈ। ਐਵੇਂ ਥੋੜੀ ਕਿਹਾ ਜਾਂਦਾ ਗਾ। ਅੱਛਾ, ਦੂਜੀ ਗੱਲ ਕੀ ਆ? ਦੂਜੀ ਗੱਲ ਇਹ ਆ ਵੀ ਜੋ ਆਮ ਸੰਗਤ ਹੈ ਉਹਨਾਂ ਨੂੰ ਇਸ ਗੱਲ ਦਾ ਪ੍ਰੈਕਟੀਕਲ ਕਰਕੇ ਦਿਖਾਇਆ ਸੀ। ਧਾਰਮਿਕ ਗ੍ਰੰਥਾਂ ਦਾ ਸਤਿਕਾਰ, ਦੂਜਾ ਪਾਸਾ ਪ੍ਰੈਕਟੀਕਲ ਕਰਕੇ ਕੀ ਵਿਖਾਇਆ ਸੀ ਵੀ ਇਹ ਉਹ ਲੋਕ ਨੇ ਜਿਹੜੇ ਵਡਿਆਈ ਦੀ ਭੁੱਖ 'ਚ, ਇਹ ਉਹ ਲੋਕ ਨੇ ਜਿਹੜੇ ਚੌਧਰ ਦੀ ਭੁੱਖ 'ਚ ਸੌਹਾਂ ਖਾ ਜਾਂਦੇ ਨੇ। ਤੇ ਪਰ ਇਹਨਾਂ ਸਹੁੰ ਖਾਣਿਆਂ ਤੇ ਇਤਬਾਰ ਨਾ ਕਰਿਓ। ਉਹ ਤੁਹਾਨੂੰ ਸਾਰਾ ਬਾਕੀ ਦਾ ਇਤਿਹਾਸ ਬਾਅਦ ਦਾ ਪਤਾ ਵੀ ਕਿਵੇਂ ਸਹੁੰ ਖਾਣ ਤੋਂ ਬਾਅਦ ਗੁਰੂ ਨੇ ਤਰਸ ਕੀਤਾ, ਗੁਰੂ ਨੇ ਇਹਨਾਂ ਦੀ ਇੱਜ਼ਤ ਰੱਖੀ ਤੇ ਪਰ ਗੁਰੂ ਦੀ ਪਿੱਠ ਪਿੱਛੇ ਇਹਨਾਂ ਨੇ ਵਾਰ ਕੀਤੇ ਸੀ। ਇਹ ਉਹ ਲੋਕ ਨੇ ਜਿਹੜੇ ਪਹਿਲਾਂ ਸਹੁੰ ਖਾਂਦੇ ਆ, ਲੇਲੜੀਆਂ ਕੱਢਦੇ ਆ ਤੇ ਮਗਰੋਂ ਪਿੱਠ ਪਿੱਛੇ ਵਾਰ ਕਰਦੇ ਨੇ। ਉਹ ਦੂਰ ਨਹੀਂ, ਉਹ ਅੱਜ ਵੀ ਸਾਡੇ ਸਮਾਜ ਵਿੱਚ ਅਗਲੀ ਦੇ ਬੈਠੇ ਨੇਗੇ। ਠੀਕ ਆ ਵੀ ਇੱਕ ਸਾਡੇ ਦਿਮਾਗ ਵਿੱਚ ਖਿਆਲ ਬਣਦਾ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਨੇ ਛੱਡਤਾ। ਤੇ ਭਾਈ ਦਇਆ ਸਿੰਘ ਨੇ ਵੀ ਗੱਲ ਕੀਤੀ, ਸੱਚੇ ਪਾਤਸ਼ਾਹ ਕੱਲ ਆਪਾਂ ਬੜੇ ਔਖੇ ਹੋ ਰਹੇ ਹਾਂ, ਪਿਛਲੇ 6 ਮਹੀਨਿਆਂ ਤੋਂ ਬੜੇ ਔਖੇ ਹੋ ਰਹੇ ਹਾਂ। ਪਾਣੀ ਦੀ ਦੁੱਖ, ਰੋਟੀ ਦੀ ਦੁੱਖ, ਪ੍ਰਾਣਾ ਤੋਂ ਪਿਆਰੇ ਗੁਰਸਿੱਖ ਚੜ੍ਹਾਈ ਕਰਕੇ। ਪਰ ਅੱਜ ਕਿਉਂ ਆ ਦੋ ਗੱਲਾਂ ਸਾਹਮਣੇ ਲਿਆਉਣ ਦੇ ਲਈ ਗੁਰੂ ਨੇ ਇਹ ਕੌਤਕ ਵਰਤਾਇਆ ਸੀ। ਇੱਕ ਤਾਂ ਸਹੁੰ ਖਾਣੇ ਤੇ ਇਤਬਾਰ ਨਾ ਕਰੀ, ਨੰਬਰ 2 ਤੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਨੀ ਜ਼ਰੂਰੀ ਆ। ਨਹੀਂ ਕਰੇਗਾ ਤੇ ਤੂੰ ਝੂਠਾਂਗਾ। ਤੇ ਇੱਥੇ ਪਾਤਸ਼ਾਹ ਨੇ ਬਾਣੀ 'ਚ ਲਿਖਿਆ ਸੀ, ਕਰ ਜੋੜ। ਕਰ ਤੋਂ ਭਾਵ ਹੱਥ, ਗੁਰੂ ਅੱਗੇ ਹੱਥ ਜੋੜ, ਬੰਦੇ ਅੱਗੇ ਨਹੀਂ, ਗੁਰੂ ਅੱਗੇ। ਕਰ ਜੋੜ ਗੁਰ ਪੈ ਕਰ ਬਨੰਤੀ, ਗੁਰੂ ਅੱਗੇ ਬੇਨਤੀ ਕਰ। ਕਿਉਂ ਬੇਨਤੀ ਕਰਨੀ ਆ? ਕਿਉਂਕਿ ਗੁਰੂ ਸਰਬ ਕਲਾ ਸਮਰੱਥ ਹੈ। ਬਾਬਲ ਮੇਰਾ ਵੱਡ ਸਮਰੱਥਾ, ਇਹ ਗੱਲ ਲਿਖੀ ਹੈ ਨਾ ਬਾਣੀ 'ਚ। ਬਾਬਲ ਮੇਰਾ, ਮੇਰਾ ਪਿਓ, ਮੇਰਾ ਪਿਤਾ ਵੱਡ ਸਮਰੱਥਾ, ਬਹੁਤ ਵੱਡੀ ਤਾਕਤ ਦਾ ਮਾਲਕ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਮਿਲੋ ਸਾਚ ਪਿਆਰਿਆ, ਤੇ ਤੂੰ ਨਾ ਸੱਚੇ ਬੰਦਿਆਂ ਦੇ ਨਾਲ ਹੀ ਆਪਣੀ ਮਿਲਣੀ ਕਰ, ਸੱਚਿਆਂ ਤੋਂ ਦੂਰ ਨਾ ਜਾ। ਸੱਚਾ ਕੌਣ ਹੈ ਉਹ ਆਪਾਂ ਪੜ੍ਹ ਲਿਆ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਉਹ ਝੂਠਾ ਜਿਹੜਾ ਵਿਚਾਰ ਨਹੀਂ ਕਰਦਾ, ਉਹ ਸੱਚਾ ਜੋ ਵਿਚਾਰ ਕਰਕੇ ਸੁਣ ਕੇ ਜੀਵਨ ਦੇ ਵਿੱਚ ਅਪਣਾਉਂਦਾ ਹੈ। ਲਾਸਟ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਧੰਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ। ਤੇ ਪਿੱਛੇ ਹੁਣ ਆਪਣੀ ਲੜੀ ਲਿਆਓ। ਗੱਲ ਚੱਲੀ ਸੀ ਇੱਕ ਜਵਾਨ ਧੀ ਆਪਣੇ ਘਰ ਨੂੰ ਛੱਡ ਕੇ ਤੇ ਉਹ ਦੂਰ ਜਾ ਕੇ ਮੱਝਾਂ ਗਾਵਾਂ ਚਾਰਦੀ ਆ, ਗੋਇਲੀ। ਉਹ ਆਪਣੇ ਘਰ ਦੇ ਵਿੱਚ ਵੀ ਬੜੀ ਇੱਜ਼ਤ ਵਾਲੀ ਸੀ, ਉਹ ਦੂਰ ਵਾਗੀ ਆਪਣੇ ਮਾਪਿਆਂ ਤੋਂ ਗਾਵਾਂ ਮੱਝਾਂ ਲੈ ਕੇ, ਉੱਥੇ ਵੀ ਉਹ ਇੱਜ਼ਤ ਵਾਲੀ ਰਹੀ। ਉਹਦੇ ਜੀਵਨ ਵਿੱਚ ਕਿਸੇ ਤਰ੍ਹਾਂ ਦਾ ਕਲੰਕ ਨਹੀਂ ਸੀ। ਤੇ ਬਖਸ਼ਿਸ਼ ਕਿਹਦੀ ਹੋਈ ਆ? ਬਖਸ਼ਿਸ਼ ਉਸ ਮਾਲਕ ਦੀ ਹੋਈ ਆ ਜਿਸ ਮਾਲਕ ਦੇ ਡਰ ਵਿੱਚ, ਆਪਣੇ ਮਾਪਿਆਂ ਦੇ ਡਰ ਵਿੱਚ ਉਹ ਮੱਝਾਂ ਗਾਵਾਂ ਖੇਤਾਂ 'ਚ ਦਰਿਆਵਾਂ ਦੇ ਕਿਨਾਰੇ ਚਾਰਦੀ ਫਿਰਦੀ ਆ। ਤੇ ਚਾਰਨ ਤੋਂ ਬਾਅਦ ਬਾ ਇੱਜ਼ਤ ਸੋਹਣਾ ਜੀਵਨ ਲੈ ਕੇ, ਪਾਕ ਪਵਿੱਤਰ ਜੀਵਨ ਲੈ ਕੇ ਆਪਣੇ ਘਰ ਪਹੁੰਚ ਗਈ। ਸਿੱਖਾ ਤੇਰਾ ਜੀਵਨ ਵੀ ਐਸੀ ਹੋਵੇ। ਫਿਰ ਗੁਰੂ ਨੇ ਕਾਮ ਕ੍ਰੋਧ ਨਿਵਾਰਿਆ। ਫਿਰ ਪੜੋ, ਧਨ ਤੋਂ ਭਾਵ ਸਾਡੀ ਧੀ, ਬੱਚੀ, ਔਰਤ। ਧਨ ਭਾਏ ਉਹ ਗੁਰੂ ਨੂੰ ਬੜੀ ਚੰਗੀ ਲੱਗਦੀ ਆ, ਜੋ ਭਗਤੀ ਕਰਦੀ ਆ, ਜੋ ਮਾਲਕ ਨੂੰ ਚੇਤੇ ਕਰਦੀ ਆ। ਦੇਖ ਪ੍ਰੀਤਮ, ਫਿਰ ਉਹਦੇ ਜੀਵਨ ਦਾ ਭਗਤੀ ਵਾਲਾ ਵੇਸ ਵੇਖ ਕੇ ਫਿਰ ਪਾਤਸ਼ਾਹ ਨਾ ਉਹਨਾਂ ਦੇ ਜੀਵਨ ਚੋਂ ਕਾਮ ਕ੍ਰੋਧ ਨਿਵਾਰਿਆ, ਪਾਸੇ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ।
उदाहरण ਜਿਹੜੇ ਬੱਚੇ 'ਚ ਗੁਣ ਹੋਣ ਉਹਨੂੰ ਹਰੇਕ ਹੀ ਪਿਆਰ ਕਰਦਾ, ਤੇ ਨਾਲ ਇੱਕ ਮੱਤ ਹੋਰ ਵੀ ਦਿੰਦਾ, ਪੁੱਤ ਤੂੰ ਤਾਂ ਤੂੰ ਬਹੁਤ ਸਿਆਣਾ, ਇੱਕ ਮੇਰੀ ਗੱਲ ਹੋਰ ਪੱਲੇ ਬੰਨ ਲਾ, ਆਹ ਕੰਮ ਕਦੇ ਵੀ ਨਾ ਕਰੀ। ਅੱਜ ਵੀ ਆਪਾਂ ਕਹਿੰਦੇ ਆ ਨਾ ਵੀ ਤੂੰ ਪੁੱਤ ਹੈ ਤਾਂ ਬਹੁਤ ਸਿਆਣਾ, ਤੇਰਾ ਜੀਵਨ ਬੜਾ ਵਧੀਆ, ਇੱਕ ਗੱਲ ਹੋਰ ਪੱਲੇ ਬੰਨ ਲਾ। ਤੇ ਰੱਬ ਗੁਰੂ ਕੀ ਕਰਦਾ? ਗੁਰੂ ਕਹਿੰਦਾ ਊਂ ਤਾਂ ਧੀਏ, ਜਿਹੜੀ ਗੱਲ ਧੀ ਦੀ ਚੱਲਦੀ, ਗੱਲ ਦੋਵਾਂ ਧਿਰਾਂ ਦੀ ਆ, ਮਨੁੱਖ ਦੀ ਵੀ ਆ ਤੇ ਬੱਚੀ ਦੀ ਵੀ ਆ। ਭਾਵ ਕੀ ਕਹਿੰਦਾ ਵੀ ਇੰਨੇ ਗੁਣ ਤੇਰੇ ਚ ਹੈਗੇ ਆ, ਇੱਕ ਗੁਣ ਹੋਰ ਲੈ ਜਾ, ਕਿਹੜਾ? ਕਾਮ ਕ੍ਰੋਧ ਨਿਵਾਰਿਆ। ਤੈਨੂੰ ਕਾਮ ਕ੍ਰੋਧ ਆਪਣੇ ਪ੍ਰੈਸ਼ਰ ਵਿੱਚ, ਆਪਣੇ ਦਬਾਅ ਵਿੱਚ ਨਹੀਂ ਲਿਆ ਸਕਣਗੇ। ਫਿਰ ਪਾਤਸ਼ਾਹ ਕਹਿੰਦੇ ਨੇ ਨਾਨਕ ਮੁੱਧ ਨਵੇਲ। ਨਵੇਲ ਤੋਂ ਭਾਵ ਅਤੀ ਸੁੰਦਰ। ਫਿਰ ਲਿਖਿਆ ਸੁੰਦਰ ਦੇਖ ਫਿਰ ਸੁਧਾਰਿਆ। ਫਿਰ ਉਸ ਨਵੇਲ ਨਵੇਕਲੀ ਧੀ ਨੇ, ਪਵਿੱਤਰ ਧੀ ਨੇ, ਵਧੀਆ ਸੋਹਣੀ ਸੁਨੱਖੀ ਧੀ ਨੇ ਆਪਣੇ ਜੀਵਨ ਨੂੰ ਸੁਧਾਰ ਕੇ ਰੱਖਿਆ। ਤੇ ਸੁਧਾਰਨ ਦਾ ਅਰਥ ਹੁੰਦਾ ਸਾਧਣਾ, ਤੇ ਸਾਧਣਾ ਦਾ ਅਰਥ ਹੁੰਦਾ ਗਾ ਸਾਧ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਅੱਜ ਦੀ ਇਸ ਪਾਵਨ ਬਾਣੀ 'ਚ ਇੱਕ ਨੌਜਵਾਨ ਕਿਰਤੀ ਪਸ਼ੂ ਚਾਰਨ ਵਾਲੀ ਧੀ ਨੂੰ, ਗੋਇਲੀ ਨੂੰ, ਗੁਜਰਾਂ ਦੀ ਧੀ ਨੂੰ ਇੱਕ ਬਾਬੇ ਨਾਨਕ ਨੇ ਨਾ ਸਾਧ ਕਿਹਾ ਗਾ। ਇਹ ਮੇਰੀ ਧੀ ਮੇਰੀ ਨਿਗਾਹ 'ਚ ਅਸਲੀ ਸਾਧ ਆ, ਜਿਹਨੇ ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕ ਕੇ ਰੱਖਿਆ। ਸਾਨੂੰ ਕੀ ਸਿੱਖਿਆ ਮਿਲ ਗਈ? ਅਸੀਂ ਵੀ ਆਪਣੇ ਮਨ ਨੂੰ ਮਾੜੇ ਕੰਮਾਂ ਤੋਂ, ਮਾੜੇ ਵਿਚਾਰਾਂ ਤੋਂ, ਮਾੜੇ ਵਿਕਾਰਾਂ ਤੋਂ ਰੋਕ ਕੇ ਰੱਖੀਏ, ਤਾਂ ਗੁਰੂ ਦੀ ਨਿਗਾਹ 'ਚ ਪ੍ਰਵਾਨ ਆ, ਤੇ ਨਹੀਂ ਗੁਰੂ ਦੀ ਨਿਗਾਹ 'ਚ ਭਾਈ ਅਪਰਵਾਨ ਹੋ ਜਾਵਾਂਗੇ। ਸੋ ਇੰਨੀਆਂ ਭੁੱਲਾਂ ਦੀ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਦੀ ਖਿਮਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।